Good morning, students. Today we do aggregate supply and schedule. Aggregate supply, money value of goods and services that all the producers are willing to supply in an economy in a given time period is known as aggregate supply. Aggregate supply equals to national income. ਐਗਰੀਗੇਟ ਸਪਲਾਈ ਕੀ ਆ ਕਿ ਜਿੰਨੀਆਂ ਵਸਤੂਆਂ ਤੇ ਸੇਵਾਵਾਂ ਦੀ ਉਤਪਾਦਕਾਂ ਦੁਆਰਾ ਜੋ ਪ੍ਰੋਡਿਊਸਰਸ ਨੇ ਉਹਨਾਂ ਦੁਆਰਾ ਇੱਕ ਗਿਵਨ ਟਾਈਮ ਪੀਰੀਅਡ ਦੇ ਵਿੱਚ ਇਕੋਨਮੀ ਦੇ ਵਿੱਚ ਵੇਚਣ ਦੇ ਲਈ ਤਿਆਰ ਨੇ, ਜਿੰਨੀ ਸਪਲਾਈ ਕੀਤੀ ਗਈ ਗੁੱਡਸ ਐਂਡ ਸਰਵਿਸਿਜ਼ ਦੀ ਮਾਰਕੀਟ ਦੇ ਵਿੱਚ ਸੇਲ ਕਰਨ ਦੇ ਲਈ ਉਹਨੂੰ ਕੀ ਉਹ ਟੋਟਲ ਗੁੱਡਸ ਐਂਡ ਸਰਵਿਸਿਜ਼ ਦੀ ਸਪਲਾਈ ਨੂੰ ਕੀ ਕਿਹਾ ਜਾਊਗਾ? ਐਗਰੀਗੇਟ ਸਪਲਾਈ। ਐਗਰੀਗੇਟ ਸਪਲਾਈ ਕਿਹਦੀ ਇਕੁਅਲ ਹੁੰਦੀ ਹੈ? ਨੈਸ਼ਨਲ ਇਨਕਮ ਦੀ। ਠੀਕ ਹੈ, ਐਗਰੀਗੇਟ ਸਪਲਾਈ ਨੂੰ ਨੈਸ਼ਨਲ ਇਨਕਮ ਦੇ ਇਕੁਅਲ ਰੱਖਿਆ ਜਾਂਦਾ ਹੈ। ਤਾਂ ਇਨ ਮੈਕਰੋ ਇਕਨੋਮਿਕਸ 'ਚ ਐਗਰੀਗੇਟ ਸਪਲਾਈ ਇਜ਼ ਸਟੱਡੀਡ ਅੰਡਰ ਟੂ ਹੈਡਸ, ਜਨਰਲ ਪ੍ਰਾਈਸ ਲੈਵਲ ਐਂਡ ਇੰਪਲਾਇਮੈਂਟ ਲੈਵਲ। ਠੀਕ ਹੈ, ਫਸਟ ਆਪਾਂ ਕਰਨਾ ਜਨਰਲ ਪ੍ਰਾਈਸ ਲੈਵਲ। ਐਗਰੀਗੇਟ ਸਪਲਾਈ ਇਨ ਰਿਲੇਸ਼ਨ ਟੂ ਜਨਰਲ ਪ੍ਰਾਈਸ ਲੈਵਲ। ਜਨਰਲ ਪ੍ਰਾਈਸ ਲੈਵਲ ਦੇ ਵਿੱਚ ਆਪਣੇ ਕੋਲ ਟੂ ਵਿਊ ਨੇ, ਕਿਹੜੇ ਨੇ? ਇੱਕ ਤਾਂ ਕਲਾਸੀਕਲ ਵਿਊ ਆ, ਠੀਕ ਹੈ, ਇੱਕ ਹੈਗਾ ਕੀਨਜ਼ੀਅਨ ਵਿਊ। ਕਲਾਸੀਕਲ ਵਿਊ ਕੀ ਕਹਿੰਦਾ? ਜਿਹੜੇ ਪੁਰਾਣੇ ਅਰਥ ਸ਼ਾਸਤਰੀ ਨੇ ਉਹ ਕੀ ਕਹਿੰਦੇ ਨੇ? ਅਕੋਰਡਿੰਗ ਟੂ ਕਲਾਸੀਕਲ ਵਿਊ ਫੁੱਲ ਇੰਪਲਾਇਮੈਂਟ ਇਜ਼ ਅ ਜਰਨਲ ਫੀਚਰ ਆਫ ਆ ਇਕੋਨਮੀ। ਕਿ ਫੁੱਲ ਇੰਪਲਾਇਮੈਂਟ, ਪੂਰਨ ਰੁਜ਼ਗਾਰ ਇੱਕ ਅਰਥ ਵਿਵਸਥਾ ਦੀ ਆਮ ਵਿਸ਼ੇਸ਼ਤਾ ਹੈ ਕਿ ਇੱਕ ਅਰਥ ਵਿਵਸਥਾ ਦੇ ਵਿੱਚ ਪੂਰਨ ਰੁਜ਼ਗਾਰ ਪਾਇਆ ਜਾਂਦਾ ਹੈ। ਇਫ ਫੁੱਲ ਇੰਪਲਾਇਮੈਂਟ ਇਜ਼ ਟੇਕਨ ਫॉर ਗ੍ਰਾਂਟਿਡ ਐਗਰੀਗੇਟ ਸਪਲਾਈ ਮਸਟ ਰਿਮੇਨ ਕੌਨਸਟੈਂਟ। ਜੇ ਉਸ ਇਕੋਨਮੀ 'ਚ ਫੁੱਲ ਇੰਪਲਾਇਮੈਂਟ ਪਾਇਆ ਜਾਊਗਾ, ਪੂਰਨ ਰੁਜ਼ਗਾਰ ਪਾਇਆ ਜਾਊਗਾ, ਤਾਂ ਉੱਥੇ ਕੁੱਲ ਪੂਰਤੀ ਕੀ ਹੋਊਗੀ? ਸਥਿਰ ਰਹੂਗੀ। ਠੀਕ ਹੈ, ਕੁੱਲ ਪੂਰਤੀ ਕੀ ਰਹੂਗੀ? ਕੌਨਸਟੈਂਟ ਰਹੂਗੀ। ਇਨ ਫਿਗਰ x axis output and y axis price level, ES which is parallel to y axis and shows full employment। ठीक है, ये फुल इंपलायमेंट शो करती है फुल इंपलायमेंट लैवल नूं कि फुल इंपलायमेंट लैवल है इकॉनमी दे विच। तां एग्रीगेट सप्लाई की है? कॉन्सटेंट है। प्राइस चाहे साडी इनक्रीज होई जांदी बट साडी जिहड़ी सप्लाई है वो उत्थे ही कॉन्सटेंट है, उहनूं असीं अगे आउटपुट नूं वधाउंदे नहीं पए, ਉਹ वाल पार्ट ही असी सप्लाई करते पे हैं। प्राइस चाहे साडी OP हो जाती है, चाहे OP1 हो जाती है, चाहे OP2 हो जाती है, चाहे OP3 हो जाती है। प्राइस का लैवल जिद्दां मर्जी वधी जाए बट साडी सप्लाई दे विच कोई फर्क नहीं पऊगा, सप्लाई की रहूगी कॉन्सटेंट। ये कौन कहते हैं कि इन्हां दा व्यू है क्लासीकल व्यू कि इकॉनमी दे विच फुल इंपलायमेंट लैवल पाया जाता। फुल इंपलायमेंट होने करके असी सप्लाई नूं वधा ही नहीं सकते, कीमतां दे विच चाहे जिन्नी मर्जी तब्दीली हुंदी रहे पर असी सप्लाई नूं नहीं वधा सकते। बट केन्जियन की कहते हैं? द केन्जियन व्यू अकॉर्डिंग टू केन्स फुल इंपलायमेंट इज़ नॉट अ फीचर ऑफ फ्री इकॉनमी। कहता एक फ्री इकॉनमी की फुल इंपलायमेंट फीचर नहीं है। देयर इज़ पॉसिबिलिटी ऑफ अनइंपलायमेंट। कहता उत्थे अनइंपलायमेंट पाई जाती है। इफ आउटपुट इनक्रीजेज ड्यू टू इनक्रीज इन डिमांड, चाहे आउटपुट इनक्रीज होवे, ਮੰਗ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ ਪ੍ਰਾਈਸ ਵਿਲ ਨਾਟ ਰਾਈਜ਼ ਐਜ਼ ਇਨਕਰੀਜ਼ ਇਨ ਡਿਮਾਂਡ ਇਜ਼ ਇਕੁਅਲ ਟੂ ਇਨਕਰੀਜ਼ ਇਨ ਸਪਲਾਈ। ਪਰ ਜੋ ਡਿਮਾਂਡ ਦੇ ਵਿੱਚ ਵਾਧਾ ਹੋਊਗਾ ਉਹ ਕਿਹਦੀ ਇਕੁਅਲ ਨਹੀਂ ਹੋਊਗਾ? ਸਪਲਾਈ ਦੇ। ਠੀਕ ਹੈ, ਡਿਮਾਂਡ ਦੇ ਵਿੱਚ ਹੋਣ ਵਾਲਾ ਵਾਧਾ ਸਪਲਾਈ ਦੇ ਇਕੁਅਲ ਨਹੀਂ ਹੋਊਗਾ। ਵੈਨ ਫੁੱਲ ਇੰਪਲਾਇਮੈਂਟ ਲੈਵਲ ਇਜ਼ ਐਕਵਾਇਰਡ ਐਨੀ ਇਨਕਰੀਜ਼ ਇਨ ਆਊਟਪੁੱਟ ਵੁੱਡ ਰਿਮੇਨ ਇਨਕਰੀਜ਼ ਇਨ ਪ੍ਰਾਈਸ ਲੈਵਲ। ਜਦੋਂ ਪੂਰਨ ਰੁਜ਼ਗਾਰ ਪਾਇਆ ਜਾਊਗਾ ਇਕੋਨਮੀ ਦੇ ਵਿੱਚ, ਐਨੀ ਇਨਕਰੀਜ਼ ਇਨ ਆਊਟਪੁੱਟ 'ਚ ਜਿੱਦਾਂ ਦਾ ਮਰਜ਼ੀ ਇਨਕਰੀਜ਼ ਕੀਤਾ ਜਾਵੇ ਪਰ ਇਹਦਾ ਮੀਨਿੰਗ ਇਹ ਨਹੀਂ ਕਿ ਕੀਮਤਾਂ ਦੇ ਵਿੱਚ ਵੀ ਵਾਧਾ ਹੋਊਗਾ। ਠੀਕ ਹੈ, ਫਿਗਰ ਦੇ ਵਿੱਚ ਦੇਖੋ ਜਿੱਦਾਂ ES ਕੀ ਸ਼ੋ ਕਰਦੀ ਹੈ? ਫੁੱਲ ਇੰਪਲਾਇਮੈਂਟ ਲੈਵਲ ਨੂੰ। OP ਪ੍ਰਾਈਸ ਲੈਵਲ ਤੇ ਇੱਥੇ ਕੀ ਹੋਗੀ? ਫਿਕਸ ਹੋਗੀ ਕਿ ਇੰਨੀ ਪ੍ਰਾਈਸ ਲੈਵਲ ਤੇ ਐਗਰੀਗੇਟ ਸਪਲਾਈ ਕੀ ਹੈ? ਫੁੱਲ ਇੰਪਲਾਇਮੈਂਟ ਲੈਵਲ ਤੇ ਅਚੀਵ ਕਰ ਲਈ ਕਿ ਇਹ ਤੋਂ ਵੱਧ ਅਸੀਂ ਹੁਣ ਸਪਲਾਈ ਨਹੀਂ ਕਰ ਸਕਦੇ। ਬਟ ਇਹ ਤੋਂ ਥੱਲੇ ਚਾਹੇ ਪ੍ਰਾਈਸ ਇੱਥੇ ਹੋਵੇ ਤਾਂ प्राइसिस चेंजिज हो सकदियां ने। प्राइस नूं OP1 भी लिख सकते हैं, OP2 भी लिख सकते हैं। तो ये तो थल्ले प्राइसिस चेंज हो सकदियां बट ये तो उपर चेंजिज नहीं कर सकते प्राइसिस दे विच। नैक्सट एग्रीगेट सप्लाई विद रेफरेंस टू इंपलायमेंट। एग्रीगेट सप्लाई और आउटपुट इज़ डायरैक्टली प्रोपोर्शनल टू द लैवल ऑफ इंपलायमेंट। जिहड़ी एग्रीगेट सप्लाई आ ਉਹ ਇੰਪਲਾਇਮੈਂਟ ਦੇ ਲੈਵਲ ਦੇ ਨਾਲ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਆ ਕਿ ਜਿਵੇਂ
ਇੰਪਲੋਇਮੈਂਟ ਵੱਧਦੀ ਜਾਊਗੀ ਉਵੇਂ ਉਵੇਂ ਆਊਟਪੁੱਟ ਵੱਧਦੀ ਜਾਊਗੀ ਅਤੇ ਜਿਵੇਂ ਜਿਵੇਂ ਇੰਪਲੋਇਮੈਂਟ ਘਟਦੀ ਜਾਊਗੀ ਉਵੇਂ ਉਵੇਂ ਆਊਟਪੁੱਟ ਵੀ ਘਟਦੀ ਜਾਊਗੀ। ਠੀਕ ਹੈ, ਬਾਕੀ ਚੀਜ਼ਾਂ ਕੀ ਰਹਿਣਗੀਆਂ, ਕੌਨਸਟੈਂਟ ਰਹਿਣਗੀਆਂ। ਅਦਰ ਥਿੰਗਸ ਰਿਮੇਨਿੰਗ ਕੌਨਸਟੈਂਟ, ਇਨਕਮ ਦਾ ਲੈਵਲ ਦਾ ਕੋਈ ਇਫੈਕਟ ਨਹੀਂ ਹੋਊਗਾ, ਜਾਂ ਟੇਸਟ ਪ੍ਰੈਫਰੈਂਸ ਵਗੈਰਾ ਜੋ ਦਿੰਦੇ ਨੇ ਉਹਨਾਂ ਦਾ ਕੋਈ ਇਫੈਕਟ ਨਹੀਂ ਹੋਊਗਾ। ਜਸਟ ਜਿਵੇਂ ਜਿਵੇਂ ਆਊਟਪੁੱਟ ਇਨਕਰੀਜ਼ ਹੋਊਗੀ ਉਵੇਂ ਉਵੇਂ ਕੀ ਹੋਊਗੀ, ਇੰਪਲੋਇਮੈਂਟ ਇਨਕਰੀਜ਼ ਹੋਣ ਦੇ ਨਾਲ ਆਊਟਪੁੱਟ ਇਨਕਰੀਜ਼ ਹੋਊਗੀ, ਇੰਪਲੋਇਮੈਂਟ ਡਿਕਰੀਜ਼ ਹੋਣ ਦੇ ਨਾਲ ਆਊਟਪੁੱਟ ਕੀ ਹੋ ਜੂਗੀ, ਡਿਕਰੀਜ਼ ਹੋ ਜੂਗੀ। ਇਹ ਸੀਗਾ ਐਗਰੀਗੇਟ ਸਪਲਾਈ ਵਿਦ ਰੈਫਰੈਂਸ ਟੂ ਇੰਪਲੋਇਮੈਂਟ। ਫਸਟ ਆਪਾਂ ਕੀਤਾ ਸੀਗਾ ਜਨਰਲ ਪ੍ਰਾਈਸ ਲੈਵਲ ਦੇ ਨਾਲ, ਜਿਹਦੇ ਵਿੱਚ ਕਲਾਸੀਕਲ ਵਿਊ ਤੇ ਕੇਨਜ਼ੀਅਨ ਵਿਊ ਕੀਤੇ ਸੀ, ਤੇ ਇਹਦੇ ਵਿੱਚ ਹੁਣ ਐਗਰੀਗੇਟ ਸਪਲਾਈ ਇੰਪਲੋਇਮੈਂਟ ਦੇ ਨਾਲ ਕੀ ਹੈ, ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਠੀਕ ਹੈ, ਡਾਇਗਰਾਮ ਦੇ ਵਿੱਚ ਇੰਪਲੋਇਮੈਂਟ ਹੈ, ਐਗਰੀਗੇਟ ਸਪਲਾਈ ਹੈ। ਇੰਪਲੋਇਮੈਂਟ ਐਗਰੀਗੇਟ ਸਪਲਾਈ, ਜਿੱਦਾਂ ਜਿੱਦਾਂ ਇੰਪਲੋਇਮੈਂਟ ਇਨਕਰੀਜ਼ ਹੁੰਦੀ ਆ ਆਊਟਪੁੱਟ ਉੱਦਾਂ ਉੱਦਾਂ ਇਨਕਰੀਜ਼ ਹੁੰਦੀ ਜਾਂਦੀ ਹੈ। ਠੀਕ ਹੈ, ਸੋ ਇਸ ਦਾ ਇੱਕ ਰੀਜ਼ਨ ਇਹ ਵੀ ਹੈ ਕਿ 40 ਜੋ ਇਹ ਐਗਰੀਗੇਟ ਡਿਮਾਂਡ ਹੋਊਗੀ ਉਹ 45 ਡਿਗਰੀ ਦੇ ਐਂਗਲ ਤੋਂ ਡਰॉ ਕਰਾਂਗੇ। ਠੀਕ ਹੈ, ਨੈਕਸਟ ਕੰਪੋਨੈਂਟਸ ਆਫ ਐਗਰੀਗੇਟ ਸਪਲਾਈ। ਕੰਪੋਨੈਂਟਸ ਕੀ ਨੇ ਐਗਰੀਗੇਟ ਸਪਲਾਈ ਦੇ। ਐਗਰੀਗੇਟ ਸਪਲਾਈ ਕਿਹਦੇ ਕੋਲ ਹੈ, ਨੈਸ਼ਨਲ ਇਨਕਮ ਦੇ। ਨੈਸ਼ਨਲ ਇਨਕਮ ਕਿਹਦੇ ਕੋਲ ਹੁੰਦੀ ਹੈ, ਕੰਜ਼ੰਪਸ਼ਨ ਪਲੱਸ ਸੇਵਿੰਗ ਦੇ। ਆਪਾਂ ਫਸਟ ਕੀਤਾ ਸੀ ਨਾ ਕਿ AS ਇਕੁਅਲਸ ਟੂ ਵਾਈ ਦੇ, ਨੈਸ਼ਨਲ ਇਨਕਮ ਦੇ। ਵਾਈ ਕਿਹਦੇ ਕੋਲ ਹੈ, C ਪਲੱਸ S ਦੇ। ਸੋ AS ਕਿਹਦੇ ਕੋਲ ਹੋ ਜੂਗੀ, C ਪਲੱਸ S ਦੇ। ਠੀਕ ਹੈ, ਵਾਈ ਨਾਲ ਵਾਈ ਕੈਂਸਲ ਹੋ ਕੇ AS ਕਿਹਦੇ ਕੋਲ ਆ ਜੂਗੀ, C ਪਲੱਸ S ਦੇ। ਕਿਉਂਕਿ ਸਾਨੂੰ ਪਤਾ ਹੈ ਕਿ ਐਗਰੀਗੇਟ ਸਪਲਾਈ ਕਿਹਦੇ ਕੋਲ ਹੈ, ਇਨਕਮ ਦੇ। ਇਨਕਮ ਕਿਹਦੇ ਕੋਲ ਹੈ, ਇਨਕਮ 'ਚੋਂ ਆਪਾਂ ਕੰਜ਼ਿਊਮ ਵੀ ਕਰਦੇ ਹਾਂ ਅਤੇ ਸੇਵ ਵੀ ਕਰਦੇ ਹਾਂ। ਠੀਕ ਹੈ, ਸੋ ਵਾਈ ਕਿਹਦੇ ਕੋਲ ਹੋਗੀ, C ਪਲੱਸ S ਦੇ। C ਪਲੱਸ S ਵਾਈ ਜੋ ਹੈ AS ਦੀ ਇਕੁਅਲ ਸੀ, AS ਫਿਰ ਕਿਹਦੇ ਕੋਲ ਹੋ ਜੂਗੀ, C ਪਲੱਸ S ਦੇ, ਕੰਜ਼ੰਪਸ਼ਨ ਪਲੱਸ ਸੇਵਿੰਗ ਦੇ। ਸੋ ਐਗਰੀਗੇਟ ਸਪਲਾਈ ਦਾ ਕੀ ਫੰਕਸ਼ਨ ਹੋ ਗਏ, ਕੰਪੋਨੈਂਟਸ ਕਿਹੜੇ ਕਿਹੜੇ ਹੋ ਗਏ, ਕੰਜ਼ੰਪਸ਼ਨ ਤੇ ਸੇਵਿੰਗ। ਠੀਕ ਹੈ, ਇੱਦਾਂ ਹੀ ਇਹਦੀ ਸ਼ਡਿਊਲ ਇਨਕਮ ਦਿੱਤੀ ਹੋਈ ਹੈ, ਕੰਜ਼ੰਪਸ਼ਨ ਐਕਸਪੈਂਡੀਚਰ ਹੈ। ਠੀਕ ਹੈ, ਜਿੱਦਾਂ ਜਿੱਦਾਂ ਇਨਕਮ ਇਨਕਰੀਜ਼ ਹੁੰਦੀ ਜਾਂਦੀ ਆ ਕੰਜ਼ੰਪਸ਼ਨ ਐਕਸਪੈਂਡੀਚਰ ਵੀ ਕੀ ਹੁੰਦਾ ਜਾਂਦਾ, ਇਨਕਰੀਜ਼ ਹੁੰਦਾ ਜਾਂਦਾ। ਠੀਕ ਹੈ, ਤੇ ਜਿਵੇਂ ਜਿਵੇਂ ਸੇਵਿੰਗ ਦੇਖੋ, ਸੇਵਿੰਗ ਕਿੱਦਾਂ ਫਾਈਂਡ ਕਰੋਗੇ, 0 ਮਾਈਨਸ 100 ਮਾਈਨਸ ਦਾ 100, 100 ਮਾਈਨਸ 150 ਮਾਈਨਸ 150, ਫਿਰ 0 ਫਿਰ 50 ਫਿਰ 100 ਫਿਰ 150 ਫਿਰ 200। ਦੇਖੋ ਜਿਵੇਂ ਜਿਵੇਂ ਇਨਕਮ ਇਨਕਰੀਜ਼ ਹੋਈ ਕੰਜ਼ੰਪਸ਼ਨ ਐਕਸਪੈਂਡੀਚਰ ਇਨਕਰੀਜ਼ ਹੋਇਆ, ਬਟ ਜਦੋਂ ਆਪਣੇ ਕੋਲ ਇਨਕਮ ਸਾਡੀ ਨਹੀਂ ਸੀ, 0 ਸੀ, ਤਾਂ ਅਸੀਂ ਆਪਣੀ ਪੁਰਾਣੀ ਸੇਵਿੰਗ ਯੂਜ਼ ਕੀਤੀ ਸੀ, ਤਾਂ ਜਿਹਦੇ ਕਰਕੇ ਆਪਣੀ ਸੇਵਿੰਗ ਨੈਗੇਟਿਵ 'ਚ ਚਲ ਗਈ ਸੀ, ਮਾਈਨਸ 100 ਆ ਗਈ ਸੀ। ਉਸ ਤੋਂ ਬਾਅਦ ਜਦੋਂ ਆਪਾਂ 100 ਰੁਪੀਜ਼ ਦੀ ਇਨਵੈਸਟਮੈਂਟ ਕੀਤੀ, ਤਾਂ ਉਸ ਤੋਂ ਬਾਅਦ ਜੋ ਇਨਕਮ ਹੋਈ 100, ਤਾਂ ਉਹਦੇ ਨਾਲ ਕਿੰਨੀ ਹੋ ਗਈ, ਮਾਈਨਸ 50 ਸੇਵਿੰਗ ਹੋ ਗਈ। ਅਸੀਂ ਜਾਣੀ ਸੇਵਿੰਗ ਦੇ ਵਿੱਚ ਜੋ ਪਹਿਲਾਂ ਖਰਚੀ ਸੀ ਉਹਦੇ 'ਚੋਂ ਕੁਛ ਘਟਾ ਕੇ ਸੇਵ ਕਰ ਲਿਆ। ਠੀਕ ਹੈ, ਤੇ ਇਸ ਤਰੀਕੇ ਨਾਲ ਜਿਵੇਂ ਜਿਵੇਂ ਇਨਕਮ ਇਨਕਰੀਜ਼ ਹੁੰਦੀ ਗਈ ਉਵੇਂ ਉਵੇਂ ਸਾਡੀ ਸੇਵਿੰਗ ਵੀ ਇਨਕਰੀਜ਼ ਹੁੰਦੀ ਗਈ, ਪਰ ਜਿਹੜੀ ਸੇਵਿੰਗ ਇਨਕਰੀਜ਼ ਹੁੰਦੀ ਗਈ ਉਹ ਕੰਜ਼ੰਪਸ਼ਨ ਐਕਸਪੈਂਡੀਚਰ ਦੇ ਨਾਲੋਂ ਘੱਟ ਸੀਗੀ। ਠੀਕ ਹੈ, ਕੀ ਹੈ ਕਿ ਕੰਜ਼ੰਪਸ਼ਨ ਇਨਕਮ ਦਾ ਔਰ ਕੰਜ਼ੰਪਸ਼ਨ ਦਾ ਆਪਸ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਹੈ। ਜਿਵੇਂ ਜਿਵੇਂ ਇਨਕਮ ਇਨਕਰੀਜ਼ ਹੋਊਗੀ ਕੰਜ਼ੰਪਸ਼ਨ ਵੀ ਇਨਕਰੀਜ਼ ਹੋਊਗੀ, ਬਟ ਇਨਕਮ ਇੱਕ ਲੈਵਲ ਇੱਦਾਂ ਦਾ ਆ ਜਾਊਗਾ ਕਿ ਇਨਕਮ ਜ਼ਿਆਦਾ ਇਨਕਰੀਜ਼ ਹੋਊਗੀ ਔਰ ਕੰਜ਼ੰਪਸ਼ਨ ਜਿਹੜਾ ਐਕਸਪੈਂਡੀਚਰ ਹੈ ਉਹ ਤੋਂ ਘੱਟ ਰੇਟ 'ਤੇ ਇਨਕਰੀਜ਼ ਹੋਊਗਾ। ਠੀਕ ਹੈ, ਜਿੱਦਾਂ ਡਾਇਗਰਾਮ ਦੇ ਵਿੱਚ ਦੇਖੋ, ਐਗਰੀਗੇਟ ਸਪਲਾਈ ਔਰ ਵਾਈ ਸੇਮ ਲਿਖ ਸਕਦੇ ਹਨ ਕਿਉਂਕਿ AS ਇਕੁਅਲਸ ਟੂ ਵਾਈ ਦੇ ਹੈ ਇਨਕਮ। ਠੀਕ ਹੈ, ਔਰ ਇੱਧਰ ਕੀ ਲਿਆ, ਕੰਜ਼ੰਪਸ਼ਨ ਪਲੱਸ ਸੇਵਿੰਗ। ਠੀਕ ਹੈ, ਕੰਜ਼ੰਪਸ਼ਨ ਤੇ ਸੇਵਿੰਗ ਲੈ ਲਈ। ਹੁਣ ਜਿੱਦਾਂ ਜਿੱਦਾਂ ਇਨਕਮ ਪਹਿਲਾਂ ਆਪਣੀ ਕਿੰਨੀ ਆ, 0, 0 ਤੇ ਕੰਜ਼ੰਪਸ਼ਨ ਕਿੰਨੀ ਕਰਦੇ ਪਏ ਆਪਾਂ, 0 ਤੇ ਕੰਜ਼ੰਪਸ਼ਨ ਕਿੰਨੀ ਆ, 100, ਕਿਉਂਕਿ ਆਪਾਂ ਇੱਥੋਂ 100 ਤੋਂ ਸਟਾਰਟ ਕੀਤਾ। ਠੀਕ ਹੈ, ਉਸ ਤੋਂ ਬਾਅਦ 100 ਇਨਕਮ ਤੇ ਕਿੰਨੀ ਆ, 150, 100 ਇਨਕਮ ਤੇ 150 ਹੋ ਗਈ। ਆ ਪਹਿਲਾਂ 100 ਹੋ ਗਈ, ਫਿਰ 150 ਹੋ ਗਈ, ਫਿਰ 200 ਤੇ ਕਿੰਨੀ ਆ, 200। ਠੀਕ ਹੈ, ਸਮਝ ਲੱਗ ਗਈ ਕਿ ਜਿਵੇਂ ਜਿਵੇਂ ਤੁਸੀਂ ਇਹਦੇ ਵਿੱਚ ਸਪਲਾਈ ਕਰਵ ਨੂੰ ਫਰੀ ਹੈਂਡ ਵੀ ਡਰॉ ਕਰ ਸਕਦੇ ਹੋ। ਫਰੀ ਹੈਂਡ ਕਿੱਦਾਂ ਡਰॉ ਕਰ ਸਕਦੇ ਹੋ ਕਿ ਸਿੰਪਲ ਜਸਟ AS ਕਰਵ ਆਪਾਂ ਸ਼ੋ ਕਰ ਦੇਣੀ ਹੈ ਕਿ 45 ਡਿਗਰੀ ਦੇ ਐਂਗਲ 'ਤੇ ਹੈ। ਕਿਉਂ ਹੈ, ਕਿਉਂਕਿ ਜਿਵੇਂ ਜਿਵੇਂ ਇਨਕਮ ਇਨਕਰੀਜ਼ ਹੁੰਦੀ ਜਾਂਦੀ ਹੈ ਕੰਜ਼ੰਪਸ਼ਨ ਔਰ ਸੇਵਿੰਗ ਵੀ ਇਨਕਰੀਜ਼ ਹੁੰਦੇ ਜਾਂਦੇ ਨੇ। ਸੇਵਿੰਗ ਪਹਿਲਾਂ ਨੈਗੇਟਿਵ 'ਚ ਵੀ ਚਲ ਜਾਂਦੀ ਹੈ। ਠੀਕ ਹੈ, ਇੱਥੇ ਕੀ ਹੈ, ਸੇਵਿੰਗ ਨੈਗੇਟਿਵ ਦੇ ਵਿੱਚ ਹੈ। ਠੀਕ ਹੈ, ਨੈਕਸਟ ਐਗਰੀਗੇਟ ਸਪਲਾਈ ਐਂਡ ਇੰਪਲੋਇਮੈਂਟ। ਐਗਰੀਗੇਟ ਸਪਲਾਈ ਤੇ ਇੰਪਲੋਇਮੈਂਟ ਦੇ ਵਿੱਚ
ਫੁੱਲ ਇੰਪਲੋਇਮੈਂਟ ਲੈਵਲ ਤੇ ਜੋ ਐਗਰੀਗੇਟ ਕਰਵ ਹੋਊਗੀ ਸਪਲਾਈ ਕਰਵ ਉਹ ਵਾਈ ਐਕਸਿਸ ਦੇ ਪੈਰਲਰ ਹੋ ਜਾਊਗੀ। ਉਸ ਤੋਂ ਪਹਿਲਾਂ ਕੀ ਆ, ਜਿੱਦਾਂ ਜਿੱਦਾਂ ਇੰਪਲੋਇਮੈਂਟ ਇਨਕਰੀਜ਼ ਹੋਊਗੀ ਸਪਲਾਈ ਇਨਕਰੀਜ਼ ਹੁੰਦੀ ਜਾਊਗੀ, ਠੀਕ ਹੈ। ਤਾਂ ਇੰਨੇ ਏਰੀਏ ਦੇ ਵਿੱਚ ਕੀ ਹੈ, ਇੰਨੇ ਸੈਕਟਰ ਦੇ ਵਿੱਚ ਇੰਪਲੋਇਮੈਂਟ ਔਰ ਐਗਰੀਗੇਟ ਸਪਲਾਈ ਦਾ ਪੋਜ਼ਿਟਿਵ ਰਿਲੇਸ਼ਨ ਹੈ। ਜਿਵੇਂ ਜਿਵੇਂ ਇੰਪਲੋਇਮੈਂਟ ਇਨਕਰੀਜ਼ ਹੁੰਦੀ ਆ ਆਊਟਪੁੱਟ ਵੀ ਇਨਕਰੀਜ਼ ਹੁੰਦੀ ਆ। ਉਸ ਤੋਂ ਬਾਅਦ ਜਦੋਂ ਫੁੱਲ ਇੰਪਲੋਇਮੈਂਟ ਆ ਜਾਂਦੀ ਆ ਤਾਂ ਆਊਟਪੁੱਟ ਕੀ ਹੋ ਜਾਂਦੀ ਆ, ਉਹਨੂੰ ਅਸੀਂ ਇਨਕਰੀਜ਼ ਨਹੀਂ ਕਰ ਸਕਦੇ ਕਿਉਂਕਿ ਫੁੱਲ ਇੰਪਲੋਇਮੈਂਟ ਹੋ ਗਈ, ਅਸੀਂ ਅੱਗੇ ਹੋਰ ਲੋਕਾਂ ਨੂੰ ਰੁਜ਼ਗਾਰ ਨਹੀਂ ਦੇ ਸਕਦੇ, ਠੀਕ ਹੈ। ਫੁੱਲ ਇੰਪਲੋਇਮੈਂਟ ਲੈਵਲ ਦਾ ਮੀਨਿੰਗ ਕੀ ਹੁੰਦਾ ਕਿ ਇਕੋਨਮੀ 'ਚ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ, ਇਸ ਤੋਂ ਅੱਗੇ ਅਸੀਂ ਰੁਜ਼ਗਾਰ ਨਹੀਂ ਦੇ ਸਕਦੇ। ਤਾਂ ਜਦੋਂ ਅਸੀਂ ਰੁਜ਼ਗਾਰ ਨਹੀਂ ਦੇ ਸਕਦੇ, ਫੁੱਲ ਇੰਪਲੋਇਮੈਂਟ ਲੈਵਲ ਅਚੀਵ ਕੀਤਾ ਹੋਇਆ, ਤਾਂ ਉਸ ਤੋਂ ਬਾਅਦ ਆਊਟਪੁੱਟ ਤਾਂ ਅਸੀਂ ਇਨਕਰੀਜ਼ ਕਰ ਹੀ ਨਹੀਂ ਸਕਦੇ, ਠੀਕ ਹੈ। ਜਿੰਨਾ ਮਰਜ਼ੀ ਓਵਰ ਟਾਈਮ ਲਗਾ ਲਈਏ ਬਟ ਆਊਟਪੁੱਟ ਨੂੰ ਬਹੁਤ ਜ਼ਿਆਦਾ ਇਨਕਰੀਜ਼ ਨਹੀਂ ਕਰ ਸਕਦੇ, ਉੱਥੇ ਕੀ ਹੋ ਜੂ, ਆਊਟਪੁੱਟ ਕੌਨਸਟੈਂਟ ਹੋ ਜੂਗੀ, ਠੀਕ ਹੈ।